ਕੈਨੇਡਾ ਇਸ ਵੇਲੇ ਬਹੁਤ ਵੱਡੀ ਤਾਦਾਦ ਵਿੱਚ ਪੰਜਾਬ ਤੋਂ ਨੌਜਵਾਨ ਜਿਹੜੇ ਨੇ ਉਹ ਜਾ ਰਹੇ ਨੇ। ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ, ਕੰਡੀਸ਼ਨਸ ਕਿਸ ਤਰ੍ਹਾਂ ਨੇ ਸਟੱਡੀ ਦੀਆਂ, ਪੀਆਰ ਦੀਆਂ, ਉੱਥੇ ਕੀ ਹਾਲਾਤ ਹੁੰਦੇ ਸਟੂਡੈਂਟਸ ਦੇ? ਤੁਸੀਂ ਮੈਨੂੰ ਲੱਗਦਾ ਕੁਝ ਸੋਸ਼ਲ ਵਰਕ ਵੀ ਕਰ ਰਹੇ ਹੋ। ਜੇ ਸਾਡਾ ਕੈਨੇਡੀਅਨ ਬੋਰਨ ਬੱਚਾ ਜੇ ਉਹਦੀ ਫੀਸ 5000 ਹੈ ਤੇ ਇੱਥੇ ਦੇ ਬੱਚੇ ਨੂੰ 2.5 ਗੁਣਾ ਜ਼ਿਆਦਾ ਦੇਣੀ ਪੈਂਦੀ ਹੈ ਜੀ। ਫਿਰ ਉਹਨਾਂ ਨੂੰ $500 ਘੱਟੋ ਘੱਟ ਕਮਰੇ ਦਾ ਕਿਰਾਇਆ ਮਹੀਨੇ ਦਾ, $500 ਘੱਟੋ ਘੱਟ ਉਹਨਾਂ ਦੀ ਰੋਟੀ ਪਾਣੀ ਦਾ ਖਰਚਾ, ਫਿਰ ਐਂਟਰਟੇਨਮੈਂਟ, ਟਰਾਂਸਪੋਰਟੇਸ਼ਨ, ਟੈਲੀਫੋਨਸ ਹੋਰ ਪਾ ਕੇ ਇੱਕ ਬੱਚੇ ਨੂੰ ਤਕਰੀਬਨ $30,000 ਦੀ ਉੱਥੇ ਲੋੜ ਹੈ। ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਪਹਿਲਾਂ ਤਾਂ 20 ਘੰਟੇ ਕੰਮ ਕਰ ਸਕਦੇ ਸੀ, ਹੁਣ ਉਹਨਾਂ ਨੇ ਓਪਨ ਕਰਤਾ ਵੀ 40 ਘੰਟੇ ਕਰ ਸਕਦੇ ਹਾਂ। ਸਰ ਕੁਝ ਲੜਕਿਆਂ ਨਾਲ, ਸਟੂਡੈਂਟਸ ਨਾਲ ਕਈ ਵਾਰੀ ਉੱਥੇ ਇਕੱਲੇ ਰਹਿੰਦੇ ਆ, ਜਿਸ ਤਰ੍ਹਾਂ ਉਹ ਸ਼ੇਅਰਿੰਗ 'ਚ ਰਹਿੰਦੇ ਆ, ਕਈ ਵਾਰ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ। ਉਹਦਾ ਸਰ ਤੁਸੀਂ ਉਹਦੇ ਵਾਸਤੇ ਵੀ ਮੈਨੂੰ ਲੱਗਦਾ ਕੁਝ ਉਪਰਾਲੇ ਕਰ ਰਹੇ ਹੋ ਜੀ, ਉਹ ਕੀ ਹੈ ਤੇ ਹੁੰਦੀਆਂ ਕੀ ਨੇ? ਬੱਚਿਆਂ ਦਾ, ਮਾਪਿਆਂ ਦਾ ਇੱਕ ਡਰ ਹੈ ਕਿ ਇੱਥੇ ਦੇ ਹਾਲਾਤ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬੜੇ ਅੱਛੇ ਨਹੀਂ। ਉਹ ਕਹਿੰਦੇ ਸਾਡੇ ਬੱਚੇ ਉੱਥੇ ਚਲੇ ਜਾਣ। ਕੈਨੇਡਾ ਨੂੰ ਸਭ ਤੋਂ ਵੱਡਾ ਇਹ ਫਾਇਦਾ ਹੈ ਕਿ ਸਾਨੂੰ ਇੱਕ ਪਲਿਆ ਪਲਾਇਆ ਬੱਚਾ 18 ਸਾਲ ਦਾ, 19 ਸਾਲ ਦਾ, ਜਿਹਨੂੰ ਸਾਨੂੰ ਰੇਜ਼ ਕਰਨ ਦੇ ਵਿੱਚ ਸਾਡੀ ਸਰਕਾਰ ਨੂੰ $1 ਮਿਲੀਅਨ ਲੱਗਦਾ ਜੀ 18 ਸਾਲ ਦਾ ਬੱਚਾ ਪਾਲਣ ਨੂੰ। ਕੈਨੇਡੀਅਨ ਪੰਜਾਬੀ ਡਿਆਸਪੋਰੇ ਦੀ ਕਿ ਸਾਨੂੰ ਸਿੱਧੀ ਡਾਇਰੈਕਟ ਫਲਾਈਟ ਲੱਗਣੀ ਚਾਹੀਦੀ, ਟੋਰਾਂਟੋ ਟੂ ਅੰਮ੍ਰਿਤਸਰ, ਵੈਨਕੂਵਰ ਟੂ ਅੰਮ੍ਰਿਤਸਰ, ਸੈਨ ਫਰਾਂਸਿਸਕੋ ਟੂ ਅੰਮ੍ਰਿਤਸਰ ਔਰ ਨਿਊਯਾਰਕ ਟੂ ਅੰਮ੍ਰਿਤਸਰ। ਕਿਉਂਕਿ ਅਸੀਂ ਇਹ ਟੇਸਟ ਜਿਹੜਾ ਨਾ, ਇਹ ਡਾਇਰੈਕਟ ਫਲਾਈਟ ਦਾ ਪਹਿਲਾਂ ਦੇਖ ਚੁੱਕੇ ਸੀ। 에ਅਰ ਇੰਡੀਆ ਚੱਲਦੀ ਹੁੰਦੀ ਸੀ ਅਤੇ ਉਹ ਡਾਇਰੈਕਟ ਇੱਥੇ ਬਰਮਿੰਘਮ, ਲੰਡਨ ਦੇ ਵਿੱਚ 2 ਘੰਟੇ ਰੋਕ ਕੇ ਆ ਜਾਂਦੀ ਸੀ। ਅਤੇ ਮੋਸਟਲੀ ਜਿਹੜਾ ਸਾਡਾ ਡਾਇਆਸਪੋਰਾ ਜੀ, ਉਹ ਪੰਜਾਬ ਤੋਂ ਆ ਅਤੇ ਜਾਂ ਗੰਗਾ ਨਗਰ ਤੋਂ ਆ, ਹਨੂੰਮਾਨਗੜ੍ਹ ਤੋਂ ਆ। ਮੈਂ ਸਮਝਦਾ ਇਹਦੇ ਚੱਲਣ ਦੇ ਨਾਲ ਅਸੀਂ ਜੰਮੂ ਨੂੰ ਵੀ ਸਰਵ ਕਰਾਂਗੇ, ਹਿਮਾਚਲ ਪ੍ਰਦੇਸ਼ ਨੂੰ, ਸਾਰੇ ਪੰਜਾਬ ਨੂੰ ਅਤੇ ਪਾਰਟ ਆਫ ਰਾਜਸਥਾਨ। ਕਈ ਸਾਲ ਲੱਗੇ ਨੇ ਜੀ, ਬੜਾ ਅੱਛਾ ਲੱਗਾ ਮੈਨੂੰ। ਬੇਸ਼ੱਕ ਇਹ ਪ੍ਰਾਈਵੇਟ ਵੈਂਚਰ ਹੈ, ਕੁਝ ਲੋਕਾਂ ਨੇ ਇਹ ਬਿਜ਼ਨਸ ਉਹਨਾਂ ਦੀਆਂ ਪਲਾਨਿੰਗਸ ਨੇ ਚਲਾਈਆਂ ਨੇ, ਪਰ ਮੈਨੂੰ ਪਤਾ ਕਿ ਇਹਨੇ ਬੜਾ ਹੀ ਸਕਸੈਸਫੁਲ ਹੋਣਾ ਹੈ। ਹਾਲੇ ਤਾਂ ਸ਼ਾਇਦ ਇਹਨਾਂ ਨੇ ਇੱਕ ਦਿਨ ਹੀ ਚਲਾਈ ਹੈ, ਹਫ਼ਤੇ ਦੇ ਵਿੱਚ ਬੜੀ ਜਲਦੀ ਇਹਨਾਂ ਦੀ ਇੰਨੀ ਡਿਮਾਂਡ ਵਧੇਗੀ ਕਿ ਇਹਨਾਂ ਨੂੰ ਇਹ ਤਕਰੀਬਨ 5 ਦਿਨ ਤੇ ਕਰਨੀ ਪਏਗੀ। ਇਸ ਤਰ੍ਹਾਂ ਦੂਜੇ ਸ਼ਹਿਰਾਂ ਨੂੰ ਵੀ, ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਐਂਜਲਸ, ਵੈਨਕੂਵਰ ਨੂੰ ਵੀ ਕਰਨੀ ਚਾਹੀਦੀ ਜੀ। ਹਾਂਜੀ ਸਰ, ਕਿੰਨਾ ਕੁ ਫਰਕ ਪਏਗਾ ਜੇ ਪੈਸੰਜਰਸ ਦੀ ਗੱਲ ਕਰੀਏ? ਜਿੱਥੇ ਤੁਸੀਂ ਉੱਥੇ ਰਹਿੰਦੇ ਹੋ, ਤੁਹਾਡਾ ਆਉਣਾ ਜਾਣਾ ਲੱਗਾ ਰਹਿੰਦਾ, ਅੰਮ੍ਰਿਤਸਰ ਵੀ ਕਿਉਂਕਿ ਗੁਰੂ ਨਗਰੀ ਹੈ, ਬਹੁਤ ਲੋਕ ਆਉਂਦੇ, 1 ਲੱਖ ਤੋਂ ਵੱਧ ਰੋਜ਼ ਦਾ ਇੱਥੇ ਜਿਹੜੇ ਨੇ ਸ਼ਰਧਾਲੂ ਪਹੁੰਚ ਰਹੇ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ। ਤੁਸੀਂ ਸਮਝਦੇ ਹੋ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀਕੁਐਂਸੀ ਫਲਾਈਟਸ ਦੀ ਜਿਹੜੀ ਉਹ ਵਧੇਗੀ? ਉਹ 100% ਜੀ। ਹੁਣ ਆ ਪੀਕ ਟਾਈਮ ਨਹੀਂ ਆ, ਕਿਉਂਕਿ ਅਪ੍ਰੈਲ ਸ਼ੁਰੂ ਹੋਣ, ਲੋਕ ਇੱਧਰੋਂ ਉੱਧਰ ਨੂੰ ਜਾ ਰਹੇ ਨੇ ਜੀ। ਜਿਹੜੇ ਲੋਕ ਸੀਨੀਅਰਸ ਇੱਧਰ ਆ ਜਾਂਦੇ ਨੇ ਜੀ, ਅਤੇ ਗਰਮੀਆਂ ਉੱਥੇ ਗੁਜ਼ਾਰਦੇ ਨੇ ਅਤੇ ਸਿਆਲ ਨੂੰ ਆ ਜਾਂਦੇ ਨੇ। ਹੁਣ ਜਿਹੜੀਆਂ ਸਤੰਬਰ 'ਚ ਨਵੇਂ ਕਾਲਜ ਦੀਆਂ ਕਲਾਸਿਸ ਸ਼ੁਰੂ ਹੋਣੀਆਂ, ਉਹਨਾਂ ਦਾ ਸਾਰੀ ਜਿਹੜੀ ਐਡਮਿਸ਼ਨ ਕਲਾਸਿਸ ਦੀ ਆ ਸਤੰਬਰ ਦੇ ਪਹਿਲੇ ਹਫ਼ਤੇ ਹੈ ਜੀ। ਉਹ ਸਾਰੇ ਕਾਲਜਾਂ 'ਚ ਐਡਮਿਸ਼ਨ ਲੈਣ ਲਈ ਬਹੁਤ ਸਾਰੇ ਬੱਚੇ ਉੱਥੇ ਜਾਣਗੇ। ਫਿਰ ਉਹਨਾਂ ਦੇ ਮਗਰੋਂ ਦੇ ਪੇਰੈਂਟਸ ਵੀ ਜਾਂਦੇ, ਵਿਆਹ ਸ਼ਾਦੀਆਂ, ਗਮੀਆਂ ਖੁਸ਼ੀਆਂ 'ਤੇ ਇੱਥੇ ਆਉਣ ਜਾਣ ਆਪਣੀ ਧਰਤੀ ਦੇ ਨਾਲ ਬਣਿਆ ਹੀ ਰਹਿੰਦਾ ਜੀ। ਇਹ ਫਲਾਈਟਾਂ ਤਾਂ ਇਸ ਤਰ੍ਹਾਂ ਫੁੱਲ ਹੀ ਆਉਣਗੀਆਂ ਜੀ, ਫੁੱਲ ਹੀ ਜਾਣਗੀਆਂ। ਸਰ ਜੇਕਰ ਗੱਲ ਕਰੀਏ ਕਿੰਨਾ ਕੁ ਐਫਰਟ, ਜੇ ਗਵਰਨਮੈਂਟ ਦਾ ਸਾਈਡ ਦੀ ਗੱਲ ਕਰੀਏ, ਐਮਪੀ ਗੁਰਜੀਤ ਸਿੰਘ ਔਜਲਾ ਦਾ ਵੀ 2 ਦਿਨ ਪਹਿਲੇ ਇੱਕ ਵੀਡੀਓ ਜਾਰੀ ਹੋਇਆ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਫਲਾਈਟ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਉਹ ਸੈਸ਼ਨ 'ਚ ਬਿਜ਼ੀ ਨੇ ਦਿੱਲੀ ਦੇ ਵਿੱਚ ਇਸ ਵੇਲੇ, ਅਤੇ ਉਹਨਾਂ ਦਾ ਕਿੰਨਾ ਕੁ ਰਿਹਾ ਅਤੇ ਬਾਕੀ ਸਰਕਾਰਾਂ ਦਾ ਜਿਹੜਾ ਕਿੰਨਾ ਕੁ ਯੋਗਦਾਨ ਰਿਹਾ ਜੀ? ਗੁਰਜੀਤ ਸਿੰਘ ਔਜਲਾ ਸਾਡੇ ਮਿੱਤਰ ਨੇ ਜੀ। ਉਹ ਬਹੁਤ ਸਾਲਾਂ ਤੋਂ ਲਗਾਤਾਰ ਉਹਨਾਂ ਨੂੰ ਇਹ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਤੋਂ ਬਗੈਰ ਵੀ ਬਹੁਤ ਸਾਰੇ ਹੋਰ ਪਾਰਲੀਮੈਂਟੇਰੀਅਨਸ ਇੱਥੋਂ ਉਹਨਾਂ ਦੀ ਕੋਸ਼ਿਸ਼ ਰਹੀ ਹੈ। ਨਵਜੋਤ ਸਿੱਧੂ ਨੇ ਵੀ ਇੱਥੇ ਕੰਮ ਕੀਤਾ ਹੈ, ਢੀਂਡਸਾ ਸਾਹਿਬ ਨੇ, ਬਹੁਤ ਸਾਰਿਆਂ ਨੇ। ਅਤੇ ਸਾਡੇ ਖਾਸ ਕਰਕੇ ਕੈਨੇਡਾ ਦੇ ਵਿੱਚੋਂ ਇਹ ਸਾਡਾ ਮਿਨਿਸਟਰ ਟਰਾਂਸਪੋਰਟੇਸ਼ਨ ਦਾ ਉਮਰ ਅਲਗਬਰਾ, ਮੇਰੀ ਆਪਣੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਉਹਦੇ ਨਾਲ ਹੋਰ ਜਿਹੜੇ ਸਾਡੇ ਇੰਡੀਅਨ ਡਿਆਸਪੋਰੇ ਦੇ ਮੈਂਬਰ ਪਾਰਲੀਮੈਂਟ ਬਹੁਤ ਸਾਰੇ ਨੇ ਉੱਥੇ ਜੀ, 15-18 ਨੇ। ਉਹ ਸਾਰਿਆਂ ਦੇ, ਸੁਖ ਧਾਲੀਵਾਲ ਹੋਏ, ਅਮਰਿੰਦਰ ਸਿੱਧੂ ਹੋਇਆ, ਸੋਨੀਆ ਸਿੱਧੂ ਹੋਈ, ਇਹਨਾਂ ਸਾਰਿਆਂ ਦੇ ਬਹੁਤ ਯੋਗਦਾਨ ਹੈ। ਪਰ ਮੈਂ ਸਮਝਦਾ ਕਿ ਕੋਈ ਵੀ ਜਿਹੜੀ ਏਅਰਲਾਈਨ ਦਾ ਲੈਂਡ ਕਰਨਾ ਜਾਂ ਟੇਕ ਆਫ ਕਰਨਾ ਸਰਕਾਰ ਦੀ ਜੀ ਮਰਜ਼ੀ ਤੋਂ ਬਗੈਰ ਤੇ ਨਹੀਂ ਨਾ ਹੋ ਸਕਦਾ। ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹਾਂਗਾ ਮਿਨਿਸਟਰੀ ਆਫ ਏਵੀਏਸ਼ਨ, ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਏਵੀਏਸ਼ਨ ਇਟਾਲੀਅਨ ਗਵਰਨਮੈਂਟ, ਮਿਨਿਸਟਰੀ ਆਫ ਏਵੀਏਸ਼ਨ ਕੈਨੇਡਾ ਦਾ। ਉਹਨਾਂ ਦੀ ਮਰਜ਼ੀ ਤੋਂ ਬਗੈਰ ਤੇ ਆਖਰ ਜਿਹੜੇ ਲਾਇਸੈਂਸ ਜਾਂ ਪਰਮਿਟ ਉਹਨਾਂ ਇਸ਼ੂ ਕਰਨੇ ਆ। ਅਸੀਂ ਸਾਰਿਆਂ ਦੇ ਧੰਨਵਾਦ, ਜਿਹਨੇ ਵੀ ਯੋਗਦਾਨ ਇਹ 'ਚ ਪਾਇਆ ਸੀ, ਲੋਕਾਂ ਦੀ ਸਹੂਲਤ ਵਾਸਤੇ ਪਾਇਆ, ਗੁਰੂ ਦੀਆਂ ਬਲੈਸਿੰਗ ਲੈਣ ਵਾਸਤੇ ਪਾਇਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜੀ। ਸਰ ਜੇਕਰ ਗੱਲ ਕਰਾਂ ਮੈਂ ਹੁਣ ਕੈਨੇਡਾ ਦੀ,
ਕੈਨੇਡਾ ਇਸ ਵੇਲੇ ਬਹੁਤ ਵੱਡੀ ਤਾਦਾਦ ਵਿੱਚ ਪੰਜਾਬ ਤੋਂ ਨੌਜਵਾਨ ਜਿਹੜੇ ਨੇ ਉਹ ਜਾ ਰਹੇ ਨੇ। ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ, ਕੰਡੀਸ਼ਨਸ ਕਿਸ ਤਰ੍ਹਾਂ ਨੇ ਸਟੱਡੀ ਦੀਆਂ, ਪੀਆਰ ਦੀਆਂ, ਉੱਥੇ ਕੀ ਹਾਲਾਤ ਹੁੰਦੇ ਸਟੂਡੈਂਟਸ ਦੇ? ਤੁਸੀਂ ਮੈਨੂੰ ਲੱਗਦਾ ਹੈ ਕੁਝ ਸੋਸ਼ਲ ਵਰਕ ਵੀ ਕਰ ਰਹੇ ਹੋ, ਉਹ ਕੀ ਹੈ ਸਰ ਪਲੀਜ਼? ਦੇਖੋ ਜੀ, ਪਿਛਲੇ ਬਹੁਤ ਸਾਰੇ ਸਾਲਾਂ ਤੋਂ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਜਾ ਰਹੇ ਨੇ ਕੈਨੇਡਾ ਦੇ ਵਿੱਚ। ਇਹ ਉਹਨਾਂ ਦੀ ਗਿਣਤੀ ਇਸ ਵੇਲੇ ਤਕਰੀਬਨ 6 ਲੱਖ ਦੇ ਕਰੀਬ ਈਅਰਲੀ ਹੈ ਜੀ। ਬਹੁਤ ਵੱਡੀ ਇਕਨੋਮੀ ਹੈ। ਕੈਨੇਡਾ ਇਜ਼ ਮੇਕਿੰਗ ਅਬਾਊਟ $22 ਬਿਲੀਅਨ ਆਊਟ ਆਫ ਦਾ ਇੰਟਰਨੈਸ਼ਨਲ ਸਟੂਡੈਂਟਸ। $22 ਬਿਲੀਅਨ ਉਹਨਾਂ ਨੂੰ ਆਮਦਨ ਹੈ ਕੈਨੇਡੀਅਨ ਗਵਰਨਮੈਂਟ ਨੂੰ। ਜੇ ਸਾਡਾ ਕੈਨੇਡੀਅਨ ਬੋਰਨ ਬੱਚਾ, ਜੇ ਉਹਦੀ ਫੀਸ $5000 ਹੈ ਤੇ ਇੱਥੇ ਦੇ ਬੱਚੇ ਨੂੰ 2.5 ਗੁਣਾ ਜ਼ਿਆਦਾ ਦੇਣੀ ਪੈਂਦੀ ਹੈ ਜੀ। ਫਿਰ ਉਹਨਾਂ ਨੂੰ $500 ਘੱਟੋ ਘੱਟ ਕਮਰੇ ਦਾ ਕਿਰਾਇਆ ਮਹੀਨੇ ਦਾ, $500 ਘੱਟੋ ਘੱਟ ਉਹਨਾਂ ਦੀ ਰੋਟੀ ਪਾਣੀ ਦਾ ਖਰਚਾ, ਫਿਰ ਇੰਟਰਟੇਨਮੈਂਟ, ਟਰਾਂਸਪੋਰਟੇਸ਼ਨ, ਟੈਲੀਫੋਨਸ ਹੋਰ ਪਾ ਕੇ ਇੱਕ ਬੱਚੇ ਨੂੰ ਤਕਰੀਬਨ $30,000 ਦੀ ਉੱਥੇ ਲੋੜ ਹੈ। ਪਰ ਅੱਛੀ ਗੱਲ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਪਹਿਲਾਂ ਤਾਂ 20 ਘੰਟੇ ਕੰਮ ਕਰ ਸਕਦੇ ਸੀ, ਹੁਣ ਉਹਨਾਂ ਨੇ ਓਪਨ ਕਰਤਾ ਵੀ 40 ਘੰਟੇ ਕਰ ਸਕਦੇ ਆ। ਬੜੇ ਬੱਚੇ ਮਿਹਨਤੀ ਨੇ ਜੀ। ਮੈਂ ਸਮਝਦਾ ਕਿ ਕੈਨੇਡਾ ਨੂੰ ਬਹੁਤ ਵੱਡਾ ਫਾਇਦਾ ਹੈ, ਸਾਨੂੰ ਵੀ ਫਾਇਦਾ ਹੈ, ਕਿਉਂਕਿ ਬੱਚਿਆਂ ਦਾ, ਮਾਪਿਆਂ ਦਾ ਇੱਕ ਡਰ ਹੈ ਕਿ ਇੱਥੇ ਦੇ ਹਾਲਾਤ ਪੰਜਾਬ ਦੇ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਬੜੇ ਅੱਛੇ ਨਹੀਂ। ਉਹ ਕਹਿੰਦੇ ਸਾਡੇ ਬੱਚੇ ਉੱਥੇ ਚਲੇ ਜਾਣ। ਕੈਨੇਡਾ ਨੂੰ ਸਭ ਤੋਂ ਵੱਡਾ ਇਹ ਫਾਇਦਾ ਹੈ ਕਿ ਸਾਨੂੰ ਇੱਕ ਪਲਿਆ ਪਲਾਇਆ ਬੱਚਾ 18 ਸਾਲ ਦਾ, 19 ਸਾਲ ਦਾ, ਜਿਹਨੂੰ ਸਾਨੂੰ ਰੇਜ਼ ਕਰਨ ਦੇ ਵਿੱਚ ਸਾਡੀ ਸਰਕਾਰ ਨੂੰ $1 ਮਿਲੀਅਨ ਲੱਗਦਾ ਜੀ 18 ਸਾਲ ਦਾ ਬੱਚਾ ਪਾਲਣ ਨੂੰ। ਉਹ ਸੁਸਾਇਟੀ ਦਾ ਹੋਵੇ, ਸਰਕਾਰਾਂ ਦਾ ਹੋਵੇ, ਉਹ ਸਾਨੂੰ ਪਲਿਆ ਪਲਾਇਆ ਬੱਚਾ ਤੁਸੀਂ ਦੇ ਰਹੇ ਹੋ। ਉਹਨਾਂ ਦਾ ਮੈਡੀਕਲ ਅਸੀਂ ਕਰਵਾ ਕੇ ਮੈਡੀਕਲੀ ਫਿੱਟ ਹੋਣਾ ਚਾਹੀਦਾ, ਔਰ ਉਹਨੂੰ ਅੰਗਰੇਜ਼ੀ ਜਾਂ ਫਰੈਂਚ ਆਉਣੀ ਚਾਹੀਦੀ ਜੀ। ਆਈਲੈਟਸ ਦੋਨੋਂ ਲੈਂਗੁਏਜ ਕਿਸੇ 'ਚ ਵੀ ਆਉਣਾ ਚਾਹੀਦਾ। ਫਿਰ ਅਗਲੇ 4 ਸਾਲ ਅਸੀਂ ਉਹਨੂੰ ਸਿਸਟਮ ਦੇ ਵਿੱਚ ਢਾਲਦੇ ਹਾਂ ਜੀ। 3-4 ਸਾਲ ਦੇ ਇਮੀਗ੍ਰੇਸ਼ਨ ਉਹਨਾਂ ਨੂੰ ਮਿਲਣ ਦੇ ਵਿੱਚ, ਤੇ ਅਗਲੇ 40-45 ਸਾਲ ਫਿਰ ਉਹਨੇ ਕੈਨੇਡਾ ਦੀ ਇਕਨੋਮੀ ਵਾਸਤੇ ਕੰਮ ਕਰਨਾ ਹੈ। ਮੈਂ ਸਮਝਦਾ ਸਾਡੇ ਉਸ ਮੁਲਕ ਨੂੰ ਬਹੁਤ ਵੱਡਾ ਫਾਇਦਾ ਹੈ, ਤੇ ਐਜ਼ ਵੈਲ ਇੱਥੇ ਸਾਡੀ ਕਮਿਊਨਿਟੀ ਨੂੰ ਵੀ। ਇਹ ਗੱਲ ਮੈਂ ਕਈਆਂ ਸਾਲਾਂ ਤੋਂ ਕਹਿ ਰਿਹਾ ਕਿ ਸਾਡਾ ਪੰਜਾਬੀਆਂ ਦਾ, ਸਾਡੇ ਸਿੱਖਾਂ ਦਾ ਜਿਹੜਾ ਅਗਲਾ ਮੁਲਕ ਹੈ ਉਹ ਕੈਨੇਡਾ ਹੈ। ਅਗਲੇ 50 ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਹੋਰ ਵੀ ਉੱਥੇ ਮਾਈਗ੍ਰੇਟ ਹੋ ਜਾਣਗੇ, ਮਾਈਗ੍ਰੇਸ਼ਨ ਲੈਣਗੇ, ਔਰ ਉੱਥੇ ਅਸੀਂ ਫਲੋਰਿਸ਼ ਕਰਾਂਗੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਅੱਛੀ ਪੌਣ, ਅੱਛਾ ਪਾਣੀ, ਅੱਛੀ ਧਰਤੀ ਬਖਸ਼ ਦਿੱਤੀ ਹੈ। ਬਹੁਤ ਖੂਬਸੂਰਤ ਮੁਲਕ ਹੈ ਜੀ। ਸਾਰੀ ਦੁਨੀਆ ਦੇ ਉੱਥੇ ਲੋਕ ਵਸਦੇ ਨੇ। ਕੋਈ ਧਰਮ ਦਾ ਰੌਲਾ ਨਹੀਂ ਹੈ, ਕੋਈ ਕਲਚਰ ਦਾ ਰੌਲਾ ਨਹੀਂ ਹੈ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। ਤੁਸੀਂ ਮਿਹਨਤ ਕਰੋ ਤੇ ਜਿੰਨੀ ਮਰਜ਼ੀ ਤਰੱਕੀ ਕਰ ਲਓ। ਸਰ, ਜਿਸ ਤਰ੍ਹਾਂ ਕਿ ਇੱਥੋਂ ਲੜਕੇ ਜਾਂਦੇ ਨੇ, ਕਈ ਵਾਰੀ ਮਿਸਹੈਪ ਹੋ ਜਾਂਦਾ ਉਹਨਾਂ ਨਾਲ। ਦੂਸਰਾ ਪਹਿਲੇ ਸਵਾਲ ਹੈ। ਦੂਸਰਾ ਇਹ ਹੈ ਕਿ ਇਸ ਵੇਲੇ ਉੱਥੇ ਜਿਹੜਾ ਨਸ਼ਾ ਜਿਹੜਾ ਉਹ ਕਿਸੇ ਹੱਦ ਤੱਕ ਉਹਨੂੰ ਫ੍ਰੀ ਕਰ ਦਿੱਤਾ ਗਿਆ, ਲੀਗਲ ਕਰ ਦਿੱਤਾ ਗਿਆ। ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਮਿਸਹੈਪ ਨੂੰ ਤੇ ਨਸ਼ੇ ਨੂੰ? ਨਹੀਂ, ਨਸ਼ਾ ਮੇਰਾ ਖਿਆਲ ਤੁਸੀਂ ਹਾਰਡ ਜਿਹੜਾ ਸਟੱਫ ਆ ਉਹ ਤੇ ਕੋਈ ਫ੍ਰੀ ਨਹੀਂ ਹੈ। ਜੇ ਤੁਸੀਂ ਮਾਰਵਾਨਾ, ਜਿਹਨੂੰ ਤੁਸੀਂ ਭੰਗ ਕਹਿੰਦੇ ਹੋ, ਉਹ ਉਹਨਾਂ ਨੇ ਉੱਥੇ ਕੀਤਾ ਜੀ। ਉੱਥੇ ਸਟੋਰ, ਲਾਇਸੈਂਸ ਸਟੋਰ ਨੇ, ਜਿਵੇਂ ਤੁਹਾਡੇ ਸ਼ਰਾਬ ਦੀਆਂ ਦੁਕਾਨਾਂ ਨੇ ਇੱਥੇ, ਉਹ ਉਹਨਾਂ ਨੇ ਕੀਤਾ। ਪਰ ਕਈਆਂ ਸਾਲਾਂ ਦੀ ਡਿਸਕਸ਼ਨ ਤੋਂ ਬਾਅਦ ਉਹਨਾਂ ਨੇ ਮੈਡੀਕਲ ਟੈਸਟ ਕਰਕੇ, ਔਰ ਉਹ ਵੱਖ-ਵੱਖ ਤਰ੍ਹਾਂ ਦੇ ਵਿੱਚ ਲੋਕਾਂ, ਜਿਸ ਤਰ੍ਹਾਂ ਕਿਸੇ ਨੂੰ ਜੇ ਲੋੜ ਹੁੰਦੀ ਹੈ, ਉਹ ਮੈਡੀਕਲੀ ਵੀ ਡਾਕਟਰ ਵੀ ਉਹ ਪ੍ਰਸਕ੍ਰਾਈਬ ਕਈਆਂ ਨੂੰ ਕਰਦੇ ਵੀ ਤੁਸੀਂ ਲੈ ਸਕਦੇ ਹੋ। ਦੂਸਰਾ ਜਿਹੜਾ ਨਸ਼ਾ ਆ, ਕੋਈ ਹਾਰਡ ਨਸ਼ਾ ਹੈ, ਉਹ ਕੋਈ ਐਸਾ ਫ੍ਰੀ ਨਹੀਂ ਹੈ। ਪਰ ਜੇ ਤੁਸੀਂ ਉਸ ਨਸ਼ੇ ਦੀ ਜਿਹੜਾ ਇਲੀਗਲ ਟ੍ਰੇਡ ਹੈ, ਉਹ ਤਾਂ ਇੰਟਰਨੈਸ਼ਨਲ ਲੈਵਲ 'ਤੇ ਹੈ ਜੀ, ਉਹ ਸਾਰੇ ਮੁਲਕਾਂ ਦੇ ਵਿੱਚ ਹੈ, ਤੇ ਉਹਦਾ ਅਸਰ ਕੈਨੇਡਾ 'ਤੇ ਵੀ ਹੈ ਜੀ ਸਰ। ਕੁਝ ਲੜਕਿਆਂ ਨਾਲ, ਸਟੂਡੈਂਟਸ ਨਾਲ ਕਈ ਵਾਰੀ ਉੱਥੇ ਇਕੱਲੇ ਰਹਿੰਦੇ ਆ, ਜਿਸ ਤਰ੍ਹਾਂ ਉਹ ਸ਼ੇਅਰਿੰਗ 'ਚ ਰਹਿੰਦੇ ਆ, ਕਈ ਵਾਰ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ। ਉਹਦਾ ਸਰ ਤੁਸੀਂ ਉਹਦੇ ਵਾਸਤੇ ਵੀ ਮੈਨੂੰ ਲੱਗਦਾ ਕੁਝ ਉਪਰਾਲੇ ਕਰ ਰਹੇ ਹੋ ਜੀ, ਉਹ ਕੀ ਹੈ ਤੇ ਹੁੰਦੀਆਂ ਕੀ ਨੇ? ਦੇਖੋ, ਗੱਲ ਇੱਦਾਂ ਜੀ, ਪਹਿਲੀ ਗੱਲ ਤੇ ਉਹ ਬੜੀ ਟੈਂਡਰ ਜੀ ਏਜ ਹੈ ਜਦੋਂ ਇੱਥੇ +2 ਕਰਕੇ ਤੇ ਆਈਲੈਟ ਕਰਕੇ ਜਾਂਦੇ ਨੇ। ਉਹਨਾਂ ਦੀ ਉਮਰ ਜਿਹੜੀ 18 ਤੋਂ 19-20 ਸਾਲ ਹੈ ਜੀ। ਉਹ ਬੱਚੇ ਅੱਛੇ ਘਰਾਂ 'ਚੋਂ ਆ, ਹੋਸਟਲਾਂ 'ਚ ਪੜ੍ਹ ਕੇ ਗਏ ਨੇ, ਅੱਛੇ ਸਕੂਲਾਂ 'ਚ ਪੜ੍ਹ ਕੇ ਗਏ ਨੇ। ਉਹਨਾਂ ਨੂੰ ਜ਼ਿੰਦਗੀ ਦਾ ਕੋਈ ਤਜਰਬਾ ਨਹੀਂ ਹੈ ਜੀ। ਔਰ ਇੱਕ ਇਹੋ ਜਿਹੇ ਮੁਲਕ ਦੇ ਵਿੱਚੋਂ, ਵੈਸਟਰਨ ਵਰਲਡ ਦੇ ਵਿੱਚ ਲਿਜਾ ਕੇ ਸਿੱਟ ਦੇਣਾ ਇਸ ਤਰ੍ਹਾਂ ਆ ਕਿ ਜਿਵੇਂ ਹੱਥ ਬੰਨ੍ਹ ਕੇ ਕਿਸੇ ਨੂੰ ਤੇ ਸਮੁੰਦਰ ਦੇ ਵਿੱਚ ਸਿੱਟ ਦਿੱਤਾ ਜਾਵੇ। ਔਰ ਉਹ ਕੁਝ ਬੱਚੇ ਜਿਹੜੇ ਉਹ ਗਲਤ ਰਾਹ 'ਤੇ ਚਲੇ ਜਾਂਦੇ ਨੇ, ਪਰ ਬਹੁਤ ਉਹਨਾਂ ਦੀ ਗਿਣਤੀ ਘੱਟ ਹੈ। ਕਈ ਵਾਰੀ ਲੋਕ ਉਹਨਾਂ ਦੇ ਖਿਲਾਫ ਵੀ ਉੱਥੇ ਗੱਲਾਂ ਕਰਦੇ ਨੇ, ਪਰ ਮੈਂ ਬਿਗ ਟਾਈਮ ਉਹਨਾਂ ਦੀ ਹਮਾਇਤ ਦੇ ਵਿੱਚ ਹਾਂ ਕਿ ਇਹ ਜਿਹੜੇ ਬੱਚੇ ਕੋਈ ਗਲਤੀਆਂ ਕਰਦੇ ਨੇ 1-2%, ਉਹ ਇੱਥੇ ਵੀ ਕਰਦੇ ਨੇ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ 'ਚ ਕਰਦੇ। ਜਦੋਂ ਅਸੀਂ ਪੜ੍ਹਦੇ ਉਦੋਂ ਵੀ ਕਰਦੇ ਸੀ। ਉਹਨਾਂ ਨੂੰ ਸਾਨੂੰ ਉਹਨਾਂ ਦੇ ਖਿਲਾਫ ਬੋਲਣਾ ਨਹੀਂ ਚਾਹੀਦਾ। ਅਗਰ ਕੋਈ ਗਲਤ ਕੰਮ ਕਰੇਗਾ ਤੇ ਉਹ ਚਾਰਜ ਹੋ ਜਾਏਗਾ ਜੀ ਕਾਨੂੰਨੀ ਤੌਰ 'ਤੇ, ਉਹਦੀ ਡਿਪੋਰਟੇਜ ਹੋ ਜਾਏਗੀ। ਪਰ 98% ਜਿਹੜੇ ਬੱਚੇ ਆ ਬਹੁਤ ਮਿਹਨਤੀ ਨੇ, ਔਰ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਰਹੀ ਆ, ਤੇ ਅੱਗੇ ਆਪਣਾ ਜਿਹੜਾ ਕੈਰੀਅਰ ਉਹ ਠੀਕ ਠਾਕ ਕਰ ਰਹੇ ਨੇ। ਸਰ, ਤੁਸੀਂ ਉੱਥੇ ਕੋਈ ਫਿਊਨਰਲ ਬਾਰੇ ਵੀ ਕੋਈ? ਮੈਂ ਪਹਿਲਾ ਬੰਦਾ ਜੀ ਕੈਨੇਡਾ ਦੇ ਵਿੱਚ ਜਿਹਨੇ ਇਹ ਫਿਊਨਰਲ ਹੋਮਸ ਬਣਾਏ ਨੇ ਐਜ਼ ਅ ਪ੍ਰਾਈਵੇਟ। ਵੈਸੇ ਇੱਕ ਗੁਰਦੁਆਰਿਆਂ ਦੀ ਸੁਸਾਇਟੀ ਨੇ ਵੈਨਕੂਵਰ 'ਚ ਬਣਾਏ ਸੀ, ਔਰ ਮੈਂ ਬੜਾ ਮਹਿਸੂਸ ਕਰਦਾ ਸੀ ਕਿ ਸਾਡੀ ਕਮਿਊਨਿਟੀ ਕੋ ਬਹੁਤ ਗੁਰਦੁਆਰੇ, ਮੰਦਿਰ, ਮਸਜਿਦਾਂ ਸਾਰੇ ਬਣ ਗਏ ਨੇ। ਇਹ ਬਹੁਤ ਜਿਹੜੀ ਅਸੈਂਸ਼ੀਅਲ ਸਰਵਿਸ ਹੈ, ਜ਼ਰੂਰੀ ਹੈ ਕਿ ਹਰ ਮਨੁੱਖ ਨੇ,
ਚਲੇ ਜਾਣਾ ਹੈ ਜਿਹੜਾ ਦੁਨੀਆ ਤੋਂ ਆਇਆ ਹੈ, ਔਰ ਉਹ ਬੜਾ ਮਹਿੰਗਾ ਸੀਗਾ ਜੀ ਉਹ ਫਿਊਨਰਲ ਸਰਵਿਸਿਜ਼ ਕੈਨੇਡਾ ਦੇ ਵਿੱਚ। ਤੇ ਉਹ ਫਿਰ ਮੇਰੀ ਇਹ ਕੋਸ਼ਿਸ਼ ਕਰਕੇ ਮੈਂ 2010 ਦੇ ਵਿੱਚ ਸ਼ੁਰੂ ਕੀਤਾ ਸੀ ਜੀ, ਜ਼ਮੀਨ ਲੈ ਕੇ 2012 ਦੇ ਵਿੱਚ ਇਹ ਬਣਾਇਆ ਬਰੈਂਪਟਨ ਦੇ ਵਿੱਚ ਜੀ। ਉਹ ਬਿਗੇਸਟ ਫਿਊਨਰਲ ਹੋਮ ਹੈ ਨਾਰਥ ਅਮਰੀਕਾ ਦਾ, 3.5 ਏਕੜ ਜ਼ਮੀਨ ਹੈ, 27,000 ਸਕੁਅਰ ਫੀਟ ਦੀ ਬਿਲਡਿੰਗ ਹੈ। ਔਰ ਮੈਂ ਉੱਥੇ, ਇਹ ਤੇ ਸਾਰਿਆਂ ਨੂੰ ਪਤਾ ਹੈ ਕਿ ਪੈਸੇ ਲੱਗਦੇ ਨੇ, ਭਾਵੇਂ ਬਿਜ਼ਨਸ ਹੈ, ਪਰ ਫਿਰ ਵੀ ਮੈਂ ਆਪਣੇ ਸਟਾਫ ਨੂੰ, ਆਪਣੇ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਲੋੜਵੰਦ ਇੱਥੇ ਆ ਜਾਏ, ਪਤਾ ਨਹੀਂ ਇਹ ਗੱਲ ਕਦੋਂ ਵਾਪਰਨੀ ਹੈ, ਉਹਨੂੰ ਤੁਸੀਂ ਨਾ ਨਹੀਂ ਕਰਨਾ। ਸੋ ਇਹ ਇੱਕ ਦੈਟਸ ਮਾਈ ਵੇ ਆਫ ਟੂ ਸਰਵ ਦਾ ਕਮਿਊਨਿਟੀ। ਓਕੇ, ਤੁਹਾਨੂੰ ਸਰ ਲੱਗਦਾ ਹੈ ਜੀ ਕਿ ਵੀ ਉਹਨਾਂ ਬੱਚਿਆਂ ਦੀ ਦੇਖਭਾਲ ਕਰੋ? ਖੈਰ ਤੁਸੀਂ ਕਰ ਰਹੇ ਹੋ, ਮੈਂ ਤੁਹਾਡੇ ਕੇਸ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਆਲ ਓਵਰ ਜਿਹੜੀ ਕਮਿਊਨਿਟੀ ਹੈ ਉਹਦੇ ਵਾਸਤੇ ਉਹਨਾਂ ਨੇ ਰਿਕੁਐਸਟ ਵੀ ਕੀਤੀ ਸੀ ਤੇ ਵੀ ਤੁਸੀਂ ਇੰਸਟਰਕਟ ਕਰੋ। ਤੁਸੀਂ, ਤੁਹਾਡਾ ਕੀ ਨਜ਼ਰੀਆ ਸਰ ਇਸ ਨੂੰ ਲੈ ਕੇ? ਮੇਰੇ 'ਚ ਸੋਲੂਸ਼ਨ 'ਚ 4 ਪੁਆਇੰਟ ਨੇ ਜੀ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਹੈਗਾ ਉਹ ਕੈਨੇਡੀਅਨ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ। ਕੈਨੇਡੀਅਨ ਸਰਕਾਰ ਜਦੋਂ ਇੰਨੇ ਪੈਸੇ ਸਾਡੇ ਕੋਲ ਜਮ੍ਹਾਂ ਕਰਾਉਂਦੀ ਹੈ, ਬੱਚੇ ਨੂੰ ਐਡਮਿਸ਼ਨ ਦਿੰਦੀ ਹੈ, ਉੱਥੇ ਯੂਨੀਵਰਸਿਟੀ ਕਾਲਜਸ ਵਾਲੇ ਇੰਨੇ ਪੈਸੇ ਲੈਂਦੇ ਨੇ, ਮੈਨੂੰ ਪਤਾ ਲੱਗਾ ਤਕਰੀਬਨ 20-25 ਲੱਖ ਰੁਪਈਆ ਪਹਿਲਾਂ ਜਮ੍ਹਾਂ ਕਰਾਉਂਦੇ ਨੇ ਜੀ। ਇੰਨੇ ਪੈਸੇ ਉਹਨਾਂ ਕੋਲ ਜਮ੍ਹਾਂ ਹੋ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਪੈਸੇ ਕਿੱਥੇ ਇਨਵੈਸਟ ਕਰੀਏ। ਉਹਦੇ ਵਿੱਚੋਂ ਜਦੋਂ ਦਿੱਲੀ ਬੱਚੇ ਨੂੰ ਵੀਜ਼ਾ ਮਿਲ ਜਾਂਦਾ, ਤਕਰੀਬਨ ਉਹਦੇ ਕੋਲ 15-20 ਦਿਨ ਮਹੀਨਾ ਹੁੰਦਾ ਜੀ, ਉਹਨਾਂ ਪੈਸਿਆਂ ਦੇ ਵਿੱਚ, ਉਸ ਫੀਸ ਦੇ ਵਿੱਚ ਸੈਮੀਨਾਰ ਹੋਣੇ ਚਾਹੀਦੇ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਮੋਹਾਲੀ ਜਾਂ ਦਿੱਲੀ ਦੇ ਵਿੱਚ, ਜਿੱਥੇ ਬੱਚਿਆਂ ਨੂੰ ਨੇੜੇ ਪਵੇ, ਔਰ ਉਹ ਉਹਨਾਂ ਨੂੰ ਦੱਸਣ ਵੀ ਤੁਸੀਂ ਕਿਸ ਮੁਲਕ ਜਾ ਰਹੇ ਹੋ, ਉੱਥੇ ਦਾ ਜਲਵਾਯੂ ਕਿਹੋ ਜਿਹਾ ਹੈ, ਸੁਸਾਇਟੀ ਕਿੱਦਾਂ ਦੀ ਹੈ, ਇਹ ਰੂਲਸ ਐਂਡ ਰੈਗੂਲੇਸ਼ਨ ਕਿੱਦਾਂ ਦੇ ਨੇ। ਕਿਉਂਕਿ ਬੱਚਿਆਂ ਦੇ ਵਿੱਚ ਬੜੀ ਐਕਸਾਈਟਮੈਂਟ ਹੁੰਦਾ ਸੀ ਤਾਂ ਹੁਣ ਕੈਨੇਡਾ ਚੱਲ ਜਾਣਾ, ਹੁਣ ਸਾਰਾ ਕੁਝ ਠੀਕ ਹੋ ਗਿਆ। ਦੂਸਰਾ, ਜਦੋਂ ਉੱਥੇ ਅਸੀਂ ਬੱਚੇ ਸਾਡੇ ਜਾਂਦੇ, ਮੈਂ ਆਪਣੀ ਕਮਿਊਨਿਟੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਦਾ ਕੋਈ ਆਸਰਾ ਬਣੋ। ਹਰ ਬੱਚਾ ਜਿਹੜਾ ਉੱਥੇ ਜਾ ਰਿਹਾ ਉਹਦਾ ਕੋਈ ਨਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਹੈ ਹੀ ਹੈ ਜੀ। ਕੋਈ ਤਕਲੀਫ ਨਹੀਂ ਹੈ ਕਿ ਜੇ ਤੁਸੀਂ ਹਫਤਾ, 2 ਹਫ਼ਤੇ, ਮਹੀਨਾ ਉਹਨਾਂ ਨੂੰ ਘਰ ਰੱਖ ਲਓ। ਬੱਚੇ ਐਜੂਕੇਟਡ ਨੇ, ਉਹਨਾਂ ਨੇ ਗੂਗਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਲੈਣੀ ਹੈ, ਉਹਨਾਂ ਨੂੰ ਅੰਗਰੇਜ਼ੀ ਵੀ ਬੋਲਣੀ ਆਉਂਦੀ ਹੈ, ਬਸ ਉਹਨਾਂ ਨੂੰ ਮਹੀਨੇ ਕੁ ਦਾ ਆਸਰਾ ਚਾਹੀਦਾ, ਫਿਰ ਉਹਨੇ ਆਪਣਾ ਕਮਰਾ ਕਿਰਾਏ 'ਤੇ ਲੈ ਲੈਣਾ ਜੀ। ਤੀਸਰਾ, ਸਾਡੀ ਜਿਹੜਾ ਹੈ ਉੱਥੇ ਦੀਆਂ ਜਿਹੜੀਆਂ ਏਜੰਸੀਜ਼ ਨੇ, ਸਾਡੀਆਂ ਪੁਲਿਸ ਫੋਰਸਿਸ ਨੇ, ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਨੇ, ਮਿਊਨਿਸਪੈਲਿਟੀਜ਼ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਉਹਨਾਂ ਨੂੰ ਮੈਂ ਹਮੇਸ਼ਾ ਜਾ ਕੇ, ਮੈਂ ਆਪ ਖੁਦ ਵੀ ਸੈਮੀਨਾਰ ਕਰਦਾ ਜੀ, ਜਦੋਂ ਉਹਨਾਂ ਦੇ ਕਾਲਜਿਸ ਵਿੱਚ ਕਲਾਸਿਸ ਸ਼ੁਰੂ ਹੁੰਦੀਆਂ, ਉੱਥੇ ਪੁਲਿਸ ਨੂੰ ਲਿਆ ਕੇ ਉਹਨਾਂ ਨੂੰ ਦੱਸਿਆ ਜਾਵੇ ਵੀ ਤੁਸੀਂ ਸੜਕ ਕਿਵੇਂ ਕ੍ਰੋਸ ਕਰਨੀ ਹੈ, ਇੱਥੇ ਦਾ ਕਲਚਰ ਕੀ ਹੈ, ਰਾਤ ਨੂੰ 10 ਵਜੇ ਤੋਂ ਬਾਅਦ ਤੁਸੀਂ ਉੱਚੀ ਆਵਾਜ਼ ਨਾਲ ਰੌਲਾ ਨਹੀਂ ਪਾਉਣਾ, ਸੜਕਾਂ 'ਤੇ ਨਹੀਂ ਘੁੰਮਣਾ ਅਤੇ ਵੈਲ ਡਰੈਸਡ ਅਪ ਹੋ ਕੇ ਰਹਿਣਾ ਹੈ। ਅਖੀਰ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਜ਼ਿੰਮੇਵਾਰੀ ਹੈ ਸਾਡੇ ਗੁਰਦੁਆਰਿਆਂ, ਮੰਦਰ, ਮਸਜਿਦਾਂ ਦੀ ਵੀ, ਉਹਨਾਂ ਨੇ ਬੜੀ ਬਾਖੂਬੀ ਨਿਭਾਈ ਹੈ ਜੀ ਸੇਵਾ, ਖਾਸ ਕਰਕੇ ਕਰੋਨੇ ਦੇ ਵਿੱਚ। ਉਹਨਾਂ ਨੇ ਇਹਨਾਂ ਬੱਚਿਆਂ ਨੂੰ ਸਾਂਭਿਆ ਜੀ, ਇਹਨਾਂ ਦੇ ਖਾਣੇ ਬਣ ਕੇ ਤਿਆਰ, ਟਿਫਨਸ ਵਗੈਰਾ ਹੋ ਜਾਂਦੇ ਸੀ, ਬਾਹਰੋਂ ਹੀ ਲੈ ਜਾਂਦੇ ਸੀ ਜੀ। ਔਰ ਸਾਨੂੰ ਇਹ ਨਿਰੰਤਰ ਉਹਨਾਂ ਬੱਚਿਆਂ ਨੂੰ ਸਾਂਭਣ ਦੀ ਲੋੜ ਹੈ, ਉਹ ਸਾਡਾ ਸਰਮਾਇਆ। ਜੇ ਉਹ ਬੱਚੇ ਨਾ ਜਾਂਦੇ ਤੇ ਸਾਡੇ ਤੇ, ਮੇਰੀ ਜਨਰੇਸ਼ਨ ਤੇ ਆਊਟ ਗੋਇੰਗ ਹੈ ਜੀ, ਹੋਰ 5-7 ਸਾਲ 'ਚ ਅਸੀਂ ਇੱਥੋਂ ਚਲੇ ਜਾਵਾਂਗੇ ਦੁਨੀਆ ਤੋਂ। ਉਹਨਾਂ ਦੇ ਜਾਣ ਦੇ ਨਾਲ ਜਿਹੜੇ ਅਸੀਂ ਗੁਰਦੁਆਰੇ ਕਿਸੇ ਸਮੇਂ ਦੇ ਵਿੱਚ ਚਰਚਸ ਖਰੀਦ ਕੇ ਗੁਰਦੁਆਰੇ ਬਣਾਏ ਸੀ, ਤੇ ਮੈਨੂੰ ਫਿਕਰ ਸੀ ਕਿ ਏਡੇ ਏਡੇ ਵੱਡੇ ਗੁਰਦੁਆਰੇ ਬਿਲਡਿੰਗਾਂ ਇੱਕ ਕਿਤੇ ਵੇਅਰ ਹਾਊਸਿਸ ਦੇ ਰੂਪ ਵਿੱਚ ਨਾ ਵਿਕਣ, ਪਰ ਹੁਣ ਉੱਥੇ ਮਹਾਰਾਜ ਦੀ ਬੜੀ ਕਿਰਪਾ ਜੀ, ਬਹੁਤ ਬੱਚੇ ਜਾ ਰਹੇ ਨੇ ਔਰ ਖੁਸ਼ ਆ, ਔਰ ਦਿਨੋਂ ਦਿਨ ਉਹ ਤਰੱਕੀ ਕਰ ਰਹੇ। ਬਹੁਤ ਵਧੀਆ ਗੱਲ ਜਿਹੜੀ ਤੁਸੀਂ ਦੱਸੀ ਹੈ ਜੀ ਕਿ ਸਰਕਾਰ ਧੱਕਾ ਕਰ ਰਹੀ ਹੈ, ਪਰ ਜਿਹੜੇ ਮੈਚੁਰ ਕਮਿਊਨਿਟੀ ਹੈ ਜੀ, ਮੇਰੀ ਉਮਰ ਦੇ ਜਾਂ ਹੋਰ ਪੜ੍ਹੇ ਲਿਖੇ ਬੰਦੇ, ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਲਾਅ ਐਂਡ ਆਰਡਰ ਨੂੰ ਜਦੋਂ ਤੁਸੀਂ ਹੱਥ 'ਚ ਲਾਓਗੇ, ਤੁਸੀਂ ਅਜਨਾਲੇ ਵਾਲੇ ਇਨਸੀਡੈਂਟ ਦੀ ਗੱਲ ਕੀਤੀ ਹੈ, ਜੇ ਅਸੀਂ ਮਹਾਰਾਜ ਦੇ ਸਰੂਪ ਨੂੰ ਅੱਗੇ ਲਿਜਾ ਕੇ ਥਾਣਿਆਂ 'ਤੇ ਕਬਜ਼ੇ ਕਰਾਂਗੇ ਤੇ ਫਿਰ ਉਹਦੇ ਕੰਸੀਕੁਐਂਸਿਸ ਸਾਨੂੰ ਭੁਗਤਣੇ ਪੈਣਗੇ, ਜਿਹੜਾ ਮੇਰੇ ਖਿਆਲ ਹੁਣ ਭੁਗਤ ਰਹੇ ਹਾਂ। ਵੈਸੇ ਉੱਥੇ ਉਹ ਇਹ ਥੋੜ੍ਹ ਚਿਰ ਗੱਲਾਂ ਹੁੰਦੀਆਂ ਨੇ ਜੀ, ਔਰ ਇੱਥੇ ਜ਼ਿਆਦਾ ਮੈਂ ਹੁਣ ਪੰਜਾਬ ਔਰਾਂ ਇਹ ਗਰਾਊਂਡ ਲੈਵਲ 'ਤੇ ਮੈਨੂੰ ਕੋਈ ਗੱਲ ਲੱਭਦੀ ਨਹੀਂ ਹੈ ਵੀ ਐਡੀ ਵੱਡੀ ਉਹਦੇ ਹੱਕ 'ਚ ਕੋਈ ਇਹ ਸਪੋਰਟ ਉਸ ਬੰਦੇ ਦੇ ਹੱਕ 'ਚ ਆ ਗਈ ਹੋਵੇ। ਪਰ ਮੈਂ ਤਾਂ ਬੇਨਤੀ ਕਰਦਾ ਉਸ ਮੁਲਕ 'ਚ ਇੱਥੇ ਵੀ ਸਾਨੂੰ ਜਿਹੜਾ ਲਾਅ ਐਂਡ ਆਰਡਰ ਹੈ ਕਿਸੇ ਵੀ ਮੁਲਕ ਦਾ ਨਾ, ਉਹਦੇ ਨਾਲ ਸਿੱਧੀ ਡਾਇਰੈਕਟ ਕੋਈ ਟੱਕਰ ਨਹੀਂ ਲੈਣੀ ਚਾਹੀਦੀ। ਦੇਰ ਆਰ ਸੋ ਮੈਨੀ ਅਦਰ ਵੇਜ਼ ਟੂ ਫਾਈਂਡ ਦਾ ਸੋਲੂਸ਼ਨ ਆਫ ਦਾ ਪ੍ਰੋਬਲਮ। ਠੀਕ ਹੈ ਜੀ। ਵਿਚਾਰ ਹੈ, ਮੈਂ ਕੋਈ ਸਰਬੱਤ ਖਾਲਸੇ ਦੇ ਅਗੇਂਸਟ ਨਹੀਂ, ਸਾਡਾ ਬੜਾ ਮਾਣਮੱਤਾ ਇਤਿਹਾਸ ਹੈ, ਪਰ ਉਹ ਵਾਇਬਲ ਨਹੀਂ ਹੈ ਅੱਜ ਦੇ ਟਾਈਮ 'ਚ। ਉਹ ਇਸ ਕਰਕੇ ਵਾਇਬਲ ਨਹੀਂ ਵੀ ਦੁਨੀਆ ਦੇ ਵਿੱਚ ਸਾਡੀ ਤਕਰੀਬਨ ਟੋਟਲ ਆਬਾਦੀ 30 ਮਿਲੀਅਨ ਦੇ ਕਰੀਬ ਹੈ, 30 ਮਿਲੀਅਨ ਮੋਰ ਔਰ ਲੈਸ। ਉਹਦੇ ਵਿੱਚੋਂ ਅਸੀਂ 5 ਮਿਲੀਅਨ ਲੋਕ ਬਾਹਰ ਰਹਿੰਦੇ ਹਾਂ, ਨਿਊਜ਼ੀਲੈਂਡ, ਆਸਟ੍ਰੇਲੀਆ, ਫਿਜ਼ੀਲੈਂਡ, ਆਇਰਲੈਂਡ, ਮਲਾਇਆ, ਮਲੇਸ਼ੀਆ, ਸਿੰਗਾਪੁਰ, ਅਤੇ ਫਿਰ ਫਾਰ ਈਸਟ ਦੇ ਵਿੱਚ ਜਾ ਕੇ ਯੂਰਪ, ਅਤੇ ਅਖੀਰ ਤੱਕ ਕੈਨੇਡਾ, ਅਮਰੀਕਾ ਅਤੇ ਅਲਾਸਕਾ ਤੱਕ। ਉਹ ਬੰਦਿਆਂ ਨੂੰ ਤੁਸੀਂ ਕਿਵੇਂ ਇਨਕਲੂਡ ਕਰੋਗੇ? ਸਾਡੀ ਤੇ ਇੱਥੇ ਕੋਈ ਨੁਮਾਇੰਦਗੀ ਹੈ ਨਹੀਂ, ਨਾ ਕੋਈ ਸ਼੍ਰੋਮਣੀ ਕਮੇਟੀ 'ਚ, ਨਾ ਕੋਈ ਕੈਨੇਡੀਅਨ ਹੈ, ਕੋਈ USA ਸਿਟੀਜ਼ਨ ਆ। ਉਹ ਸਰਬੱਤ ਖਾਲਸੇ 'ਚ
ਉਹ ਕਿਵੇਂ ਉਹਨਾਂ ਨੂੰ ਇਨਕਲੂਡ ਇਨ ਕਰੋਗੇ, ਉਹ ਤੁਹਾਡੇ ਫੈਸਲੇ ਕਿਵੇਂ, ਇਹ ਹੁਣ ਜਿਹੜਾ ਇਹ ਉਹ ਗੱਲ ਨਹੀਂ ਹੈ ਕਿ ਜਦੋਂ ਸਿੱਖਾਂ ਦੀ ਆਬਾਦੀ 1-2 ਲੱਖ ਹੁੰਦੀ ਸੀ ਤੇ ਜੰਗਲਾਂ 'ਚ ਰਹਿੰਦੇ ਸੀ, ਸਰਬੱਤ ਖਾਲਸੇ ਦਾ ਆਪਾਂ ਚੱਬੇ ਵਾਲਾ ਮੇਰਾ ਖਿਆਲ ਤੁਸੀਂ ਗੱਲ ਕਰਦੇ ਹੋ, ਉਹ ਇਟ ਵਾਸ ਟੋਟਲ ਫੇਲਰ। ਉੱਥੇ ਕਿੰਨੀਆਂ ਪਾਰਟੀਆਂ ਖੜੀਆਂ ਹੋ ਜਾਂਦੀਆਂ ਨੇ। ਸੋ ਆਪਾਂ ਨੂੰ ਹੋਰ ਕੋਈ ਦਾ ਸੋਲੂਸ਼ਨ ਲੈਣਾ ਪਏਗਾ ਤੇ ਮੈਂ ਇਹ ਬੇਨਤੀ ਕਰਾਂਗਾ ਕਿ ਸਾਨੂੰ ਇਨਕਲੂਡ ਇਨ ਕਰੋ। ਬਾਹਰਲੇ ਜਿਹੜੀ ਸਿੱਖ ਕਮਿਊਨਿਟੀ ਰਹਿੰਦੀ ਹੈ, ਸਾਨੂੰ ਤਾਂ ਤੁਸੀਂ ਉੱਦਾਂ ਹੀ ਛੱਡਿਆ ਆ ਕਿ ਇਹਨਾਂ ਦੀਆਂ ਕਿਹੜੀਆਂ ਵੋਟਾਂ ਨੇ, ਤੇ ਉਹਦੇ ਵਿੱਚ ਸਾਡੀ ਤਾਂ ਕਦੇ ਕੋਈ ਸੇ ਹੋਈ ਨਹੀਂ ਜੀ, ਨਾ ਕੋਈ ਸਾਨੂੰ ਇਨਵੀਟੇਸ਼ਨ ਆ, ਨਾ ਕੋਈ ਸਾਡੀ ਉੱਤੇ ਸਲਾਹ। ਸਮਝਦੇ ਹੋ ਕਿ ਵੇ ਹੋਣਾ ਚਾਹੀਦਾ ਤੁਹਾਨੂੰ ਇਨਕਲੂਡ ਕਰਨ? ਨਹੀਂ, ਇਨਕਲੂਡ ਤੇ ਮੈਂ ਸਮਝਦਾ ਕਿ ਬ੍ਰਿਜਿੰਗ ਹੋਣੀ ਚਾਹੀਦੀ ਹੈ ਜੀ। ਇੱਥੇ ਜਿਹੜੇ ਲੋਕ ਪੋਲੀਟੀਕਲ ਇਨਵੋਲਵ ਨੇ ਜਾਂ ਧਾਰਮਿਕ ਤੌਰ ਤੇ ਇਨਵੋਲਵ ਨੇ, ਔਰ ਅਸੀਂ ਸਾਰੀ ਉਮਰ ਉੱਥੇ ਗੁਜ਼ਾਰੀ ਹੈ। ਉੱਥੇ ਸਿੱਖਸ ਆਰ ਡੂਇੰਗ ਵੈਰੀ ਵੈਲ ਐਕਚੁਅਲੀ, ਫਾਈਨੈਂਸ਼ੀਅਲੀ, ਬਿਜ਼ਨਸ ਵਾਈਜ਼, ਐਕੈਡੈਮਿਕਲੀ ਐਂਡ ਪੋਲੀਟੀਕਲੀ। ਤੇ ਸਾਨੂੰ ਇਨਕਲੂਡ ਇਨ ਕਰਨ, ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਇੱਥੇ, ਪਰ ਘੱਟੋ ਘੱਟ ਸਾਡੀ ਅੱਛੀ ਸਲਾਹ ਉਹਨੂੰ ਲੈਣ ਵੀ, ਉੱਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਨ। ਸਰਬੱਤ ਖਾਲਸਾ ਅੱਗੇ ਆਪਾਂ ਕਰਕੇ ਦੇਖ ਲੈਣੇ 2-3, ਉਹਦੇ ਵਿੱਚੋਂ ਹੋਰ ਜਿਹੜੀ ਹੈ ਡਿਵੀਜ਼ਨ ਕ੍ਰੀਏਟ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕੋਈ ਵਾਇਬਲ ਚੀਜ਼ ਆ ਸਰਬੱਤ ਖਾਲਸਾ ਇਸ ਸਮੇਂ ਦੇ ਵਿੱਚ। ਇਹ ਮੇਰੀ ਪਰਸਨਲ ਰਾਏ ਹੈ ਜੀ। ਸਰ, ਤੁਸੀਂ ਇੱਕ ਇੰਡੋ ਪਾਕ ਟ੍ਰੇਡ ਦੀ ਵੀ ਗੱਲ ਕਰੀਏ, ਜੇ ਡਿਵੀਜ਼ਨ ਦੀ ਗੱਲ ਕਰੀਏ ਤਾਂ 47 ਦੀ ਡਿਵੀਜ਼ਨ ਤੋਂ ਵੱਡੀ ਕੋਈ ਡਿਵੀਜ਼ਨ ਨਹੀਂ ਹੋਣੀ, ਲੇਕਿਨ ਇੰਡੋ ਪਾਕ ਟ੍ਰੇਡ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਈ ਲੋਕ ਕਰ ਰਹੇ ਨੇ। ਮੈਨੂੰ ਪਤਾ ਲੱਗਾ ਕਿ ਤੁਸੀਂ ਵੀ ਕੁਝ ਐਫਰਟਸ ਕਰ ਰਹੇ ਹੋ ਜੀ ਉਹਦੇ ਵਾਸਤੇ। ਉਹ ਵਾਟ ਇਜ਼ ਦੈਟ, ਕਦੋਂ ਤੋਂ ਕਰ ਰਹੇ ਤੇ ਹੁਣ ਕਿੱਥੇ ਸਟੇਜ ਤੇ ਪਹੁੰਚਿਆ ਜੀ? ਮੈਂ ਹੁਣੇ ਪਿਛਲੇ ਮਹੀਨੇ ਪਾਕਿਸਤਾਨ ਜਾ ਕੇ ਆਇਆ ਜੀ, 8 ਦਿਨ ਉੱਥੇ ਲਾਏ ਸੀ, ਔਰ ਉੱਥੇ ਕਾਫੀ ਇੰਟਰਵਿਊਜ਼ ਮੇਰੀਆਂ ਹੋਈਆਂ ਜੀ ਟੀਵੀ ਚੈਨਲਸ ਤੇ। ਔਰ ਮੈਂ ਹੀ ਨਹੀਂ ਇਕੱਲਾ, ਟਾਈਮ ਬਹੁਤ ਸਾਰੇ ਲੋਕ ਇਹਦੇ ਹਮਾਇਤੀ ਨੇ ਕਿ ਇਹ ਜਿਹੜੇ ਸਾਡੇ ਬਾਰਡਰ ਓਪਨਿੰਗ ਹੋਣੀ ਚਾਹੀਦੀ ਹੈ ਜੀ। ਦੇਖੋ, ਆਪਾਂ ਬਿਲਕੁਲ ਅੰਮ੍ਰਿਤਸਰ 'ਚ ਬੈਠੇ ਹਾਂ ਜੀ, ਆਪਾਂ 20 ਮਿੰਟ 'ਚ ਇੱਥੋਂ ਅਟਾਰੀ ਪਹੁੰਚ ਜਾਂਦੇ ਹਾਂ ਤੇ ਅੱਗੇ ਉੱਥੋਂ ਹੀ ਵਾਘੇ ਬਾਰਡਰ ਤੋਂ ਤੇ ਸ਼ੁਰੂ ਹੋ ਜਾਂਦਾ ਪਾਕਿਸਤਾਨ, ਲਾਹੌਰ ਹੀ ਸ਼ੁਰੂ ਹੋ ਜਾਂਦਾ ਜੀ। ਔਰ ਮੈਂ ਤਾਂ ਉਹਨਾਂ ਨਾਲ ਇਹ ਵੀ ਗੱਲ ਕੀਤੀ ਹੈ ਵੀ ਦੇਖੋ, ਉਸ ਮੁਲਕ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਲੋੜ ਹੈ। ਇਸ ਵੇਲੇ ਬਹੁਤ ਸਫਰ ਕਰ ਰਹੇ ਨੇ ਜੀ, ਬਹੁਤ ਜ਼ਿਆਦਾ ਮਹਿੰਗਾਈ ਹੈ, ਫੂਡ ਸ਼ਾਰਟੇਜ ਹੈ, ਹੋਰ ਉਹਨਾਂ ਦੀ ਜਿਹੜੀ ਪੋਲੀਟੀਕਲ ਅਨਰੈਸਟ ਹੈ ਜਿਹੜੀ ਆਜ਼ਾਦੀ ਤੋਂ ਬਾਅਦ ਰਹੀ ਹੈ, ਉਹ ਜ਼ਿਆਦਾ ਸਾਨੂੰ ਸਫਰ ਕਰ ਰਹੇ ਨੇ। ਮੈਂ ਸਮਝਦਾ ਕਿ ਜੇ ਤੁਹਾਡਾ ਗੁਆਂਢੀ ਤੇ ਕੋਈ ਪ੍ਰੋਬਲਮ ਆ ਰਹੀ ਹੈ, ਹਿਊਮੈਨਿਟੇਰੀਅਨ ਗਰਾਊਂਡ 'ਤੇ ਸਾਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਬਾਕੀ ਦੇ ਜਿਹੜੇ ਬਹੁਤ ਸਾਰੇ ਇਸ਼ੂਜ਼ ਜਿਹੜੇ ਅਸੀਂ ਰਿਜ਼ੋਲਵ ਨਹੀਂ ਕਰ ਸਕੇ ਫॉर ਸਮ ਪੋਲੀਟੀਕਲ ਰੀਜ਼ਨਸ, ਉਹਨਾਂ ਨੂੰ ਬੈਕ ਬਰਨਰ 'ਤੇ ਇੱਕ ਵਾਰੀ ਸਾਨੂੰ ਰੱਖ ਲੈਣਾ ਚਾਹੀਦਾ ਹੈ। ਹਿਊਮੈਨਿਟੇਰੀਅਨ ਗਰਾਊਂਡ 'ਤੇ ਸਾਨੂੰ ਇਹ ਬਾਰਡਰ ਖੋਲ੍ਹਣੇ ਚਾਹੀਦੇ ਆ। ਜਿਹੜੇ ਕਿਹੜੇ ਥੋੜ੍ਹੇ ਬਾਲੇ ਲੋਕ ਬਚੇ ਨੇ, ਜਿਹੜੇ ਉੱਧਰੋਂ ਇੱਧਰ ਜਾਂ ਇੱਧਰੋਂ ਉੱਧਰ ਆਏ ਸੀ, ਉਹ ਆਪਣੇ ਪਿੰਡਾਂ ਨੂੰ ਜਾ ਕੇ ਦੇਖ ਆਉਣ। ਮੈਂ ਤਾਂ ਉਹਨਾਂ ਨੂੰ ਇਹ ਵੀ ਆਫਰ ਕੀਤਾ ਸੀ ਕਿ ਤੁਸੀਂ ਸਾਡੇ ਤੋਂ ਟੋਲ ਚਾਰਜ ਕਰ ਲਓ, ਸਾਡੇ ਕੋਲ ਰਾਹਦਾਰੀ ਚਾਰਜ ਕਰ ਲਓ, ਔਰ ਬਿਗ ਟਾਈਮ ਉਹ ਬੈਨੀਫਿਟ ਕਰੇਗਾ ਜੀ। ਮੈਂ ਸਾਰੀ ਕੈਲਕੂਲੇਸ਼ਨ ਕੀਤੀ ਹੈ ਜੀ। ਸਾਡਾ ਅੰਮ੍ਰਿਤਸਰ ਤੋਂ ਟਰੱਕ ਇੱਕ ਚੱਲ ਕੇ ਜੇ ਸੁਏਜ਼ ਕਨਾਲ ਤੱਕ ਪਹੁੰਚਣਾ ਹੈ, ਉਹਦਾ ਟਰੈਵਲਿੰਗ ਟਾਈਮ ਸਿਰਫ 4-5 ਦਿਨ ਦਾ ਹੈ ਜੀ। ਉਹ ਬਾਰਡਰ ਦਾ ਟਾਈਮ ਨਹੀਂ ਆਪਾਂ ਮੈਂ ਗਿਣ ਰਿਹਾ, ਹੋ ਸਕਦਾ ਬਾਰਡਰ ਕਿਤੇ ਇੱਕ ਦਿਨ ਵੀ ਕਿਸੇ ਇੱਕ ਬਾਰਡਰ 'ਤੇ ਰੁਕਣਾ ਪਵੇ, ਔਰ ਉਹਦੇ ਵਿੱਚ ਅਸੀਂ 30-40 ਮੁਲਕ ਕਵਰ ਕਰਦੇ ਹਾਂ। ਸੋ ਸਾਡੇ ਬੱਚਿਆਂ ਨੂੰ ਫਿਰ ਬਾਹਰ ਜਾਣ ਦੀ ਲੋੜ ਨਹੀਂ। ਇਹ ਬੂਸਟ ਮਿਲੇਗਾ ਸਾਨੂੰ ਦੋਨਾਂ ਮੁਲਕਾਂ ਨੂੰ, ਔਰ ਸਾਡੇ ਸੰਬੰਧ ਵੀ ਅੱਛੇ ਰਹਿਣਗੇ। ਔਰ ਦੂਸਰਾ, ਜਿਹੜਾ ਚੀਨ ਦਾ ਪ੍ਰੈਸ਼ਰ ਹੈ ਜਿਹੜਾ ਸਾਡੇ 'ਤੇ ਹੈ ਬਹੁਤ ਜ਼ਿਆਦਾ, ਉਹ ਵੀ ਘਟੇਗਾ। ਉਹਨਾਂ ਨੂੰ ਪਤਾ ਲੱਗ ਵੀ ਅਸੀਂ ਚੰਗੇ ਗੁਆਂਢੀਆਂ ਦੇ ਨਾਲ ਆਪਣੇ ਚੰਗੇ ਸੰਬੰਧ ਬਣਾ ਰਹੇ ਹਾਂ। ਦੂਸਰਾ, ਪਾਕਿਸਤਾਨ ਤੇ ਟੋਟਲੀ ਇਸ ਲਈ ਉਹ ਚੀਨ ਦੇ ਥੱਲੇ ਹੀ ਹੈ, ਜੇ CPEC ਜਿਹੜਾ ਉਹਨਾਂ ਨੇ ਸਮਝੌਤਾ ਕਰਕੇ ਉੱਥੇ ਰੇਲ ਰੋਡ ਵਿਛਾ ਰਹੇ ਨੇ ਤੇ ਹੋਰ ਸੜਕਾਂ, ਉਹਨਾਂ ਦੇ ਵੀ ਪ੍ਰੈਸ਼ਰ ਘਟੇਗਾ। ਜਿਹਦੇ ਸਾਡੇ ਨਾਰਥ ਅਮਰੀਕਾ ਦੇ ਵਿੱਚ ਟ੍ਰੇਡ ਹੈ ਜੀ, ਮੈਕਸੀਕੋ, ਕੈਨੇਡਾ ਤੇ ਅਮਰੀਕਾ, ਯੂਰਪ, ਉਹਨਾਂ ਨੇ ਸਾਰਾ ਇਕੱਠਾ ਕਰਤਾ ਜੀ, ਬਾਰਡਰ ਚੱਕ ਹੀ ਦਿੱਤੇ ਨੇ, ਵੀਜ਼ੇ ਚੱਕ ਦਿੱਤੇ ਨੇ। ਇਸ ਕਰਕੇ ਸਾਨੂੰ ਵੀ ਇਹ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਸਾਨੂੰ ਸਰਕਾਰਾਂ ਦੇ ਸਹਿਯੋਗ ਦੀ ਵੀ ਲੋੜ ਹੈ।